Good morning to all of you. Now we will start writing task 1, and task 1 is the table below shows sales made by a coffee shop in an office building on a typical weekday. ਹਾਂਜੀ ਰਜੇ ਸਾਡੇ ਕੋਲ ਇੱਕ ਕਾਫੀ ਸ਼ਾਪ ਦੀਆਂ ਸੇਲਸ ਦੱਸੀਆਂ ਹੋਈਆਂ ਤੇ ਇੱਕ ਡੇ ਦਾ ਇੱਕ ਆਫਿਸ ਦੇ ਵਿੱਚ ਇੱਕ ਵੀਕ ਡੇ ਦੀ ਟਾਈਮਿੰਗ ਦੱਸੀ ਹੋਈ ਹੈ ਕਿ ਕਿਹੜੇ ਟਾਈਮ ਤੇ ਕਿੰਨੇ ਕੱਪ ਕਾਫੀ ਦੇ ਸੇਲ ਹੋਏ, ਟੀ ਦੇ, ਪੇਸਟਰੀਜ਼ ਐਂਡ ਸੈਂਡਵਿਚ। ਠੀਕ ਹੈ ਜੀ, ਇਹ ਟਾਈਮਿੰਗ ਹੈ ਰਜੇ। ਉਹਨਾਂ ਨੇ ਦਿਨ ਦੇ ਵਿੱਚ ਕਿੰਨੇ ਕੱਪ ਕਾਫੀ ਦੇ ਸੇਲ ਕੀਤੇ, ਇੱਕ ਕਾਫੀ ਸ਼ਾਪ ਨੇ ਕਿੰਨੇ ਟੀ ਦੇ, ਕਿੰਨੇ ਪੇਸਟਰੀਜ਼ ਦੇ ਪੀਸ ਸੇਲ ਹੋਏ ਐਂਡ ਕਿੰਨੇ ਸੈਂਡਵਿਚ। ਠੀਕ ਹੈ ਜੀ, ਜਿਵੇਂ ਹੁਣ ਅਸੀਂ ਦੇਖਦੇ ਹਾਂ ਰਜੇ 7:30 to 10:30 ਦੇ ਵਿੱਚ ਸਭ ਤੋਂ ਜ਼ਿਆਦਾ ਸੇਲਸ ਹਰ ਕਿਸੇ ਦੀਆਂ ਹੋ ਰਹੀਆਂ ਨੇ। ਜਿਵੇਂ ਕਾਫੀ ਦੀ ਮੈਕਸੀਮਮ ਸੇਲ ਹੈ ਜਿਹੜੀ, ਆ ਦੇਖੋ ਨੀਚੇ ਤੋਂ ਲੈ ਕੇ ਦਿਨ ਦੇ ਸਾਰੇ ਟਾਈਮਿੰਗ ਤੋਂ ਜ਼ਿਆਦਾ ਮੈਕਸੀਮਮ ਸੇਲ ਹੈ ਜਿਹੜੀ ਉਹ ਕਾਫੀ ਦੀ ਮਾਰਨਿੰਗ ਟਾਈਮ ਹੋ ਰਹੀ ਹੈ। ਟੀ ਦੀ ਵੀ ਮੈਕਸੀਮਮ ਮਾਰਨਿੰਗ ਟਾਈਮ ਹੀ ਹੈ, ਪੇਸਟਰੀਜ਼ ਵੀ, ਪਰ ਸੈਂਡਵਿਚ ਹੈ ਜਿਹੜਾ ਉਹ ਲੀਸਟ ਹੈ ਮਾਰਨਿੰਗ ਟਾਈਮ, ਜਦੋਂ ਕਿ ਇਹਦੀ ਮੈਕਸੀਮਮ ਜਿਹੜੀ ਸੇਲ ਹੈ ਉਹ ਹੋਏਗੀ 10:30 to 2:30। ਠੀਕ ਹੈ ਜੀ, ਹੁਣ ਅਸੀਂ ਫਸਟ ਮਾਰਨਿੰਗ ਦੇ ਵਿੱਚ ਸਭ ਦੀ ਸੇਲ ਜ਼ਿਆਦਾ ਹੋ ਰਹੀ ਹੈ ਨਾ ਸਾਰੀਆਂ ਆਈਟਮਸ ਦੀ। ਅਸੀਂ ਲਿਖਾਂਗੇ ਕਾਫੀ ਸ਼ਾਪ ਹੈਜ਼ ਹਾਈਐਸਟ ਸੇਲਸ ਆਫ ਆਲ ਟਾਈਪ ਆਫ ਫੂਡ ਐਂਡ ਡਰਿੰਕਸ ਇਨ ਦ ਮਾਰਨਿੰਗ ਫਰੋਮ 7:30 to 10:30 except sandwich, whereas sandwiches have its peak sale from 10:30 to 2:30 with ਕਿੰਨਾ ਸੀ ਰਜੇ 200 200 ਦੇ ਨਾਲ ਇਹਦੀ ਜ਼ਿਆਦਾ ਸੇਲ ਹੈ ਜਿਹੜੀ ਸੈਂਡਵਿਚ ਦੀ ਉਹ ਹੋਈ ਹੈ 10:30 to 2:30 ਤੱਕ। ਕਲੀਅਰ ਅਜੇ। ਹੁਣ ਅਸੀਂ ਦੇਖਦੇ ਹਾਂ ਹੋਰ ਆਈਟਮਸ ਦੀ ਸੇਲ ਹੈ ਜਿਹੜੀ ਉਹ 7:30 to 2:30 ਤੱਕ ਕਿੰਨੀ ਹੋਈ। ਪੀਪਲ ਪਰਚੇਜ਼ 185 cups of coffee and 50 cups of tea from 10:30 to 2:30 ਜਾਂ ਇਨ ਨੂਨ ਟਾਈਮ ਲਿਖ ਸਕਦੇ ਹੋ ਤੁਸੀਂ। ਠੀਕ ਹੈ ਰਾਜੇ, ਇਹ ਸੀ ਆਪਣਾ ਟਾਸਕ 1 ਕਿ ਰਾਜੇ ਇੱਕ ਕਾਫੀ ਸ਼ਾਪ ਦੀਆਂ ਸੇਲਸ ਦੱਸੀਆਂ ਹੋਈਆਂ ਕਿਸੇ ਆਫਿਸ ਬਿਲਡਿੰਗ ਦੇ ਵਿੱਚ ਇੱਕ ਦਿਨ ਦੇ ਵਿੱਚ। ਜਿਵੇਂ ਟਾਈਮਿੰਗ 7:30 ਤੋਂ 10:30, 10:30 to 2:30, 2:30 to 5:30 ਐਂਡ 5:30 to 8:30। ਇੱਕ ਦਿਨ ਦਾ ਹੋ ਗਿਆ ਨਾ। ਸਾਰੇ ਦਿਨ ਦੇ ਵਿੱਚ ਇੱਕ ਜਿਹੜੀ ਕਾਫੀ ਸ਼ਾਪ ਹੈ ਉਹ ਕਿੰਨੇ ਕੱਪਸ ਕਾਫੀ ਦੇ ਇੰਨੇ ਤੋਂ ਇੰਨੇ ਵੇਚਦੀ ਏ, ਟੀ ਦੇ ਕਿੰਨੇ ਕੱਪ ਜਿਹੜੇ 7:30 ਤੋਂ ਵੇਚੇ ਜਾਂਦੇ ਨੇ, ਪੇਸਟਰੀਜ਼ ਦੇ ਕਿੰਨੇ ਪੀਸ ਐਂਡ ਸੈਂਡਵਿਚ ਦੇ ਕਿੰਨੇ ਪੀਸ। ਠੀਕ ਹੈ ਜੀ, ਇਹ ਸੀ ਆਪਣਾ ਟਾਸਕ 1। And task 2 is full-time university students spend most of their time in class or working on assignments। ਕਹਿੰਦੇ ਹਾਂਜੀ ਜਿਹੜੇ ਯੂਨੀਵਰਸਿਟੀ ਸਟੂਡੈਂਟਸ ਨੇ ਉਹ ਰਜੇ ਕਹਿੰਦੇ ਉਹ ਜਿਹੜਾ ਆਪਣਾ ਜ਼ਿਆਦਾਤਰ ਉਹਨਾਂ ਦਾ ਟਾਈਮ ਹੈ ਉਹ ਕਲਾਸਿਸ ਦੇ ਵਿੱਚ ਜਾਂ ਫਿਰ ਅਸਾਈਨਮੈਂਟ ਬਣਾਉਣ ਦੇ ਵਿੱਚ ਸਪੈਂਡ ਕਰਦੇ ਨੇ। However, some people think that it is important for students to get involved in non-academic activities on campus as well as, for example, to join a sports team or take part in drama। To what extent do you agree or disagree? ਹਾਂਜੀ, ਸੋ ਇਸ ਕਰਕੇ ਕਹਿੰਦੇ ਉਹ ਬੱਚੇ ਨੇ ਜਿਹੜੇ ਆਪਣਾ ਮੈਕਸੀਮਮ ਟਾਈਮ ਹੈ ਜਿਹੜਾ ਉਹ ਕਲਾਸ ਦੇ ਵਿੱਚ ਸਪੈਂਡ ਕਰਦੇ ਨੇ ਅਤੇ ਅਸਾਈਨਮੈਂਟ ਵਗੈਰਾ ਬਣਾਉਣ 'ਤੇ ਸਪੈਂਡ ਕਰਦੇ ਨੇ। ਕੁਛ ਲੋਕ ਸੋਚਦੇ ਨੇ ਕਿ ਇਹ ਇੰਪੋਰਟੈਂਟ ਹੈ ਸਟੂਡੈਂਟਸ ਦੇ ਲਈ ਕਿ ਹੋਰ ਐਕਟੀਵਿਟੀਜ਼ ਦੇ ਵਿੱਚ ਵੀ ਪਾਰਟੀਸਪੇਟ ਕਰਨਾ, ਜਿਵੇਂ ਕਿਸੇ ਡਰਾਮਾ ਦੇ ਵਿੱਚ ਪਾਰਟੀਸਪੇਟ ਕਰਨਾ ਜਾਂ ਕਿਸੇ ਸਪੋਰਟਸ ਦੇ ਵਿੱਚ ਪਾਰਟੀਸਪੇਟ ਕਰਨਾ। ਇਹ ਸਟੂਡੈਂਟ ਨੂੰ ਕਰਨਾ ਚਾਹੀਦਾ। ਤੁਸੀਂ ਐਗਰੀ ਕਰਦੇ ਹੋ ਇਸ ਸਟੇਟਮੈਂਟ ਦੇ ਨਾਲ ਜਾਂ ਡਿਸਐਗਰੀ? ਠੀਕ ਹੈ ਜੀ ਰਾਜੇ, ਪਲੀਜ਼ ਇੱਕ ਸਾਈਡ ਦੇ ਵਿਊ ਹੀ ਲਿਖਣੇ ਨੇ, ਜਾਂ ਤੁਸੀਂ ਫੁੱਲੀ ਐਗਰੀ ਹੋ ਰਹੇ ਹੋ ਜਾਂ ਤੁਸੀਂ ਫੁੱਲੀ ਡਿਸਐਗਰੀ ਹੋ ਰਹੇ ਹੋ। ਠੀਕ ਹੈ ਜੀ, ਹਾਂਜੀ। ਹੁਣ ਰਾਜੇ ਜੇ ਅਸੀਂ ਐਗਰੀ ਹੋ ਰਹੇ ਹਾਂ ਕਿ ਬੱਚਿਆਂ ਨੂੰ ਹੋਰ ਅਦਰ ਐਕਟੀਵਿਟੀਜ਼ ਦੇ ਵਿੱਚ ਵੀ ਪਾਰਟੀਸਪੇਟ ਕਰਨਾ ਚਾਹੀਦਾ ਤਾਂ ਕਿਉਂ ਕਰਨਾ ਚਾਹੀਦਾ, ਐਗਰੀ ਹੋ ਰਹੇ ਹਾਂ ਅਸੀਂ। ਇੱਕ ਤਾਂ ਅਸੀਂ ਲਿਖ ਸਕਦੇ ਹਾਂ ਰਾਜੇ ਕਿ ਬੱਚਿਆਂ ਦੇ ਕੋਲ ਸਟੱਡੀ ਦਾ ਬਰਡਨ ਬਹੁਤ ਜ਼ਿਆਦਾ ਹੁੰਦਾ, ਐਕੈਡੈਮਿਕ ਉਹਨਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ। ਸੋ ਜਦੋਂ ਉਹ ਹੋਰ ਤਰ੍ਹਾਂ ਦੀਆਂ ਅਦਰ ਐਕਟੀਵਿਟੀਜ਼ ਦੇ ਵਿੱਚ ਪਾਰਟੀਸਪੇਟ ਕਰਦੇ ਨੇ ਤਾਂ ਜਿਹੜਾ ਉਹਨਾਂ ਦਾ ਜਿਹੜਾ ਬਰਡਨ ਹੈ ਸਟੱਡੀ ਤੋਂ ਰਿਲੈਕਸ ਫੀਲ ਕਰਦੇ ਨੇ। ਦੇ ਕੈਨ ਗੈਟ ਰਿਲੈਕਸੇਸ਼ਨ ਫਰੋਮ ਬਰਡਨ ਆਫ ਸਟੱਡੀ। ਜਿਹੜਾ ਵੀ ਉਹਨਾਂ ਦਾ ਪੜ੍ਹਾਈ ਦਾ ਪ੍ਰੈਸ਼ਰ ਹੈ ਉਹਦੇ ਤੋਂ ਉਹ ਥੋੜ੍ਹਾ ਜਿਹਾ ਰਿਲੈਕਸ ਫੀਲ ਕਰ ਸਕਦੇ ਨੇ, ਅਤੇ ਜਦੋਂ ਉਹ ਦੁਬਾਰਾ ਪੜ੍ਹਨਗੇ ਤਾਂ ਉਹ ਆਪਣੇ ਰਿਫਰੈਸ਼ ਮਾਈਂਡ ਦੇ ਨਾਲ ਦੁਬਾਰਾ ਕੌਨਸਨਟਰੇਟ ਕਰ ਸਕਦੇ ਆ ਆਪਣੀ ਪੜ੍ਹਾਈ 'ਤੇ। ਠੀਕ ਹੈ ਜੀ, ਇੱਕ ਅਸੀਂ ਲਿਖ ਸਕਦੇ ਹਾਂ ਰਾਜੇ ਕਿ ਜਦੋਂ ਉਹ ਸਪੋਰਟਸ ਦੇ ਵਿੱਚ ਜਾਂ ਫਿਰ ਡਰਾਮਾ ਦੇ ਵਿੱਚ ਪਾਰਟੀਸਪੇਟ ਕਰਨਗੇ ਤਾਂ ਉਹ ਬਹੁਤ ਸਾਰੇ ਸਕਿੱਲਸ ਨੇ ਜਿਹੜੇ ਉਹ ਸਿੱਖਣਗੇ। ਇੱਕ ਤਾਂ ਉਹ ਸੋਸ਼ਲ ਸਕਿੱਲਸ ਸਿੱਖਣਗੇ, ਕਿਵੇਂ ਕਿਸੇ ਨਾਲ ਡੀਲ ਕਰਨਾ ਹੈ, ਕਮਿਊਨੀਕੇਸ਼ਨ ਸਕਿੱਲਸ ਉਹਨਾਂ ਦੀਆਂ ਇੰਪਰੂਵ ਹੋਣਗੀਆਂ, ਕੋਆਪਰੇਸ਼ਨ ਸਿੱਖਣਗੇ। ਠੀਕ ਹੈ ਰਾਜੇ, ਟੀਮ ਵਰਕ ਸਿੱਖਣਗੇ, ਟੀਮ ਦੇ ਵਿੱਚ ਕਿਵੇਂ ਵਰਕ ਕਰਨਾ ਹੈ,
ठीक है, बहुत सारे स्किल्स ने ਜਿਹੜੇ ਜਦੋਂ ਉਹ ਆਪਣੇ ਕੋਈ ਵੀ ਐਕਟੀਵਿਟੀ ਅਦਰ ਐਕਟੀਵਿਟੀ ਪਰਫਾਰਮ ਕਰਨਗੇ ਉਹਦੇ ਵਿੱਚ ਉਹ ਸਿੱਖ ਸਕਦੇ ਆ। ਠੀਕ ਹੈ ਜੀ, ਹੋਰ ਅਸੀਂ ਲਿਖ ਸਕਦੇ ਹਾਂ ਰਾਜੇ ਕਿ ਕੋਈ ਵੀ ਕਿਸੇ ਬੱਚੇ ਦਾ, ਕੋਈ ਜ਼ਰੂਰੀ ਨਹੀਂ ਹਰ ਕਿਸੇ ਬੱਚੇ ਦਾ ਪੜ੍ਹਾਈ ਦੇ ਵਿੱਚ ਇੰਟਰਸਟ ਹੁੰਦਾ, ਕਿਸੇ ਦਾ ਹਿਡਨ ਟੈਲੈਂਟ, ਕੋਈ ਵੀ ਕਿਸੇ ਨੂੰ ਕੋਈ ਆਰਟਿਸਟ ਹੁੰਦਾ, ਕਿਸੇ ਨੂੰ ਅੱਛਾ ਲਿਖਣਾ ਆਉਂਦਾ, ਅੱਛਾ ਡਰਾ ਕਰਨਾ ਆਉਂਦਾ, ਕੋਈ ਅੱਛਾ ਸਪੋਰਟਸ ਦੇ ਵਿੱਚ ਹੁੰਦਾ। ਸੋ ਜਦੋਂ ਉਹਨਾਂ ਨੂੰ ਕੋਈ ਐਕਟੀਵਿਟੀ ਪਰਫਾਰਮ ਕਰਨ ਦਾ ਮੌਕਾ ਮਿਲੇਗਾ, ਚਾਂਸ ਹੋਏਗਾ, ਤਾਂ ਉਹ ਕਿਸੇ ਹੋਰ ਐਕਟੀਵਿਟੀਜ਼ ਦੇ ਵਿੱਚ ਵੀ ਆਪਣਾ ਫਿਊਚਰ, ਆਪਣਾ ਗੋਲ ਸੈੱਟ ਕਰ ਸਕਦੇ ਆ। ਠੀਕ ਹੈ ਜੀ, ਕਈਆਂ ਦੇ ਹਿਡਨ ਟੈਲੈਂਟ ਆ ਉਹ ਬਾਹਰ ਆਏਗਾ। ਠੀਕ ਹੈ, ਇਹ ਲਿਖ ਸਕਦੇ ਹੋ ਰਾਜੇ, ਬਹੁਤ ਈਜ਼ੀ ਟਾਸਕ ਹੈ, ਆਪਣੇ ਕੋਲੋਂ ਹੋਰ ਆਈਡੀਆਜ਼ ਐਡ ਕਰਕੇ ਤੁਸੀਂ ਲਿਖ ਸਕਦੇ ਹੋ। ਪਲੀਜ਼ ਐਗਜ਼ਾਮਪਲ ਮਸਟ ਹੈ, ਲਿਖਣੀ ਹੋਣੀ ਚਾਹੀਦੀ ਹੈ। ਠੀਕ ਹੈ, ਐਗਜ਼ਾਮਪਲ ਦੇ ਨਾਲ ਹੀ ਤੁਹਾਡਾ ਜਿਹੜਾ BPA ਟਾਸਕ ਹੈ ਕੰਪਲੀਟ ਮੰਨਿਆ ਜਾਏਗਾ। ਓਕੇ ਜੀ, ਜੇ ਅਸੀਂ ਡਿਸਐਗਰੀ ਲਿਖਦੇ ਹਾਂ ਰਾਜੇ ਕਿ ਨਹੀਂ ਹੋਣੀਆਂ ਨਹੀਂ ਚਾਹੀਦੀਆਂ, ਤਾਂ ਅਸੀਂ ਲਿਖਾਂਗੇ ਕਿ ਬੱਚੇ ਜਿੰਨਾ ਜ਼ਿਆਦਾ ਪੜ੍ਹਨਗੇ ਉਨੀ ਡੀਪ ਨੌਲੇਜ ਗੇਨ ਕਰ ਸਕਦੇ ਆ ਹਰ ਕਿਸੇ ਟੌਪਿਕ 'ਤੇ। ਠੀਕ ਹੈ, ਜ਼ਿਆਦਾ ਨੌਲੇਜ ਹੋਏਗੀ ਜਦੋਂ, ਜਿੰਨਾ ਜ਼ਿਆਦਾ ਉਹ ਆਪਣੀ ਥਿਊਰੀ ਲਿਖਣਗੇ, ਜਿੰਨੇ ਜ਼ਿਆਦਾ ਪ੍ਰੈਕਟੀਕਲ ਕਰਨਗੇ। ਠੀਕ ਹੈ ਜੀ, ਇਹ ਲਿਖ ਸਕਦੇ ਹਾਂ। ਜਾਂ ਫਿਰ ਅਸੀਂ ਲਿਖ ਸਕਦੇ ਹਾਂ ਕਿ ਹੋਰ ਅਦਰ ਐਕਟੀਵਿਟੀਜ਼ ਨੂੰ ਪਰਫਾਰਮ ਕਰਨਾ ਉਹਨਾਂ ਦੇ ਲਈ ਇੱਕ ਡਿਸਟਰੈਕਸ਼ਨ ਹੋ ਸਕਦੀ ਹੈ। ਠੀਕ ਹੈ, ਆਪਣੀ ਉਹ ਐਕੈਡੈਮਿਕ 'ਤੇ ਫੁੱਲੀ ਧਿਆਨ ਨਹੀਂ ਦੇ ਪਾਉਣਗੇ, ਉਹਨਾਂ ਦਾ ਜਿਹੜਾ ਧਿਆਨ ਹੋਏਗਾ ਉਹ ਸਿਰਫ ਖੇਡਣ ਵਾਲੇ ਪਾਸੇ ਉੱਧਰ ਚਲੇ ਜਾਏਗਾ। ਜਿਵੇਂ ਹੁਣ ਅਸੀਂ ਕਿਸੇ ਨੂੰ ਕਹੀਏ ਕਿ ਇੱਕ ਤਾਂ ਤੂੰ ਐਕੈਡੈਮਿਕ ਦੇ ਵਿੱਚ ਸਕੋਰ ਵੀ ਅੱਛਾ ਲੈਣਾ ਆ, ਤੇਰੇ 99% ਹੋਣੇ ਚਾਹੀਦੇ ਆ, ਅਤੇ ਤੂੰ ਵਿਦ ਡਰਾਮਾ ਵਗੈਰਾ, ਡਰਾਮਾ ਹੋ ਗਿਆ, ਇਹ ਵੀ ਪਰਫਾਰਮ ਕਰਦੇ ਆ। ਸੋ ਓਬਵੀਅਸਲੀ ਕਿ ਉਹਦੇ ਤੋਂ ਆਪਣਾ 100% ਨਹੀਂ ਦਿੱਤਾ ਜਾਏਗਾ, ਕਿਉਂਕਿ ਉਹਦਾ ਜਿਹੜਾ ਧਿਆਨ ਹੈ ਉਹ ਡਰਾਮਾ ਵੱਲ ਵੀ ਹੋਏਗਾ ਜਾਂ ਸਪੋਰਟਸ ਵੱਲ ਵੀ ਹੋਏਗਾ। ਸੋ ਜੇ ਉਹਨੇ ਅੱਛੇ ਸਕੋਰ ਅਚੀਵ ਕਰਨੇ ਆ ਤਾਂ ਉਹਨਾਂ ਨੂੰ ਆਪਣਾ ਫੁੱਲੀ ਕੌਨਸਨਟ੍ਰੇਸ਼ਨ ਹੈ ਜਿਹੜੀ ਉਹ ਪੜ੍ਹਾਈ 'ਤੇ ਹੀ ਦੇਣੀ ਹੋਏਗੀ। ਠੀਕ ਹੈ ਜੀ, ਸੋ ਮਤਲਬ ਕਨਕਲੂਡ ਇਹਦਾ ਕਿ ਡਿਸਟਰੈਕਸ਼ਨ ਹੋ ਸਕਦੀ ਹੈ। ਇੱਕ ਹੋਰ ਲਿਖ ਸਕਦੇ ਹਾਂ ਰਾਜੇ ਅਸੀਂ ਕਿ ਜੇ ਬੱਚਿਆਂ ਨੇ ਇੱਕ ਗੋਲ ਸੈੱਟ ਕੀਤਾ ਹੁੰਦਾ, ਤਾਂ ਜੇ ਉਹਨਾਂ ਨੇ ਗੋਲ ਨੂੰ ਅਚੀਵ ਕਰਨਾ ਤਾਂ ਗੋਲਸ ਨੀਡ ਮੋਰ ਆਵਰਸ ਫॉर ਸਟੱਡੀ, ਕਿ ਉਹਨਾਂ ਨੂੰ ਰਾਜੇ ਓਨੇ ਹੀ ਜ਼ਿਆਦਾ ਘੰਟੇ ਨੇ ਜਿਹੜੇ ਆਪਣੀ ਸਟੱਡੀ 'ਤੇ ਸਪੈਂਡ ਕਰਨੇ ਪੈਣਗੇ। ਜਿੰਨੀ ਜ਼ਿਆਦਾ ਹੁਣ ਕਿਸੇ ਨੇ ਮੰਨ ਲਓ ਕਿਸੇ ਨੇ ਜੱਜ ਬਣਨਾ ਹੋਏ ਹੈ ਨਾ, ਤਾਂ ਇਹ ਨਹੀਂ ਕਿ ਉਹ ਨਾਲ ਨਾਲ ਖੇਡ ਵੀ ਰਿਹਾ ਵੀ ਕਰ ਰਿਹਾ, ਤਾਂ ਉਹਨੂੰ ਉਨੇ ਹੀ ਜ਼ਿਆਦਾ ਘੰਟੇ ਆਪਣੀ ਪੜ੍ਹਾਈ 'ਤੇ ਸਪੈਂਡ ਕਰਨੇ ਹੀ ਪੈਣਗੇ ਜੇ ਉਹਨੇ ਆਪਣੇ ਗੋਲ ਨੂੰ ਅਚੀਵ ਕਰਨਾ। ਸੋ ਆਪਾਂ ਕਹਿ ਸਕਦੇ ਹਾਂ ਬਹੁਤ ਕਾਮਨ ਹੈ ਕਿ ਉਹਨਾਂ ਨੂੰ ਆਪਣੀ ਪੜ੍ਹਾਈ ਨੂੰ ਟਾਈਮ ਦੇਣਾ ਹੀ ਪਏਗਾ ਜੇ ਇਫ ਦੇ ਵਾਂਟ ਟੂ ਅਚੀਵ ਦੇਅਰ ਗੋਲ। ਠੀਕ ਹੈ ਜੀ, ਇਹ ਸੀ ਰਾਜੇ ਅਗਰੀ ਔਰ ਡਿਸਐਗਰੀ ਦੇ ਪੁਆਇੰਟਸ। ਪਲੀਜ਼ ਇੱਕ ਸਾਈਡ ਹੀ ਦੇ ਪੁਆਇੰਟ ਲਿਖਣੇ ਨੇ, ਚਾਹੇ ਤੁਸੀਂ ਅਗਰੀ ਦੇ ਪੁਆਇੰਟ ਲਿਖ ਰਹੇ ਹੋ ਦੋਵੇਂ VPs ਦੇ ਵਿੱਚ, ਚਾਹੇ ਤੁਸੀਂ ਡਿਸਐਗਰੀ ਦੇ ਪੁਆਇੰਟ ਲਿਖ ਰਹੇ ਹੋ ਦੋਵੇਂ VPs ਦੇ। ਠੀਕ ਹੈ, ਇਹ ਨਹੀਂ ਕਿ ਇੱਕ ਦੇ ਵਿੱਚ ਤੁਸੀਂ ਅਗਰੀ ਲਿਖ ਰਹੇ ਹੋ ਦੂਸਰੇ ਦੇ ਵਿੱਚ ਡਿਸਐਗਰੀ ਲਿਖ ਰਹੇ ਹੋ, ਇਹ ਨਹੀਂ ਕਰਨਾ। ਠੀਕ ਹੈ ਜੀ, ਐਗਜ਼ਾਮਪਲ ਜ਼ਰੂਰ ਦੇਣੀ ਹੈ ਰਾਜੇ, ਅਤੇ ਉਹੀ ਕਨਕਲੂਜ਼ਨ ਦੇ ਵਿੱਚ ਇੱਕ ਰੀਜ਼ਨ ਪਲੱਸ ਸਲਿਊਸ਼ਨ। ਠੀਕ ਹੈ ਰਾਜੇ, ਪਲੀਜ਼ ਟਰਾਈ ਟੂ ਅਵੋਇਡ ਪਰਸਨਲ ਪ੍ਰਨਾਊਨਸ ਜਿਹੜੇ ਤੁਸੀਂ ਯੂਜ਼ ਕਰਦੇ ਹੋ, ਮੈਂ ਇਹ ਕੀਤਾ, ਆਏ, ਵੀ, ਅਸ, ਯੂ, ਇਹ ਯੂਜ਼ ਨਹੀਂ ਕਰਨੇ ਹੁੰਦੇ, ਇਹ ਆਪਣੀ ਸਟਰਕਚਰ ਦੇ ਵਿੱਚ ਆਇਲਸ ਫਾਰਮੈਟ ਦੇ ਵਿੱਚ ਨਹੀਂ ਹੈਗੇ। ਸੋ ਪਲੀਜ਼ ਅਵੋਇਡ ਦੀਜ਼ ਆਲ। ਠੀਕ ਹੈ ਜੀ, ਨਾਓ ਯੂ ਕੈਨ ਸਟਾਰਟ ਯੂਰ ਰਾਈਟਿੰਗ ਮੋਡਿਊਲ। ਥੈਂਕ ਯੂ।